ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਆਹਲੂਵਾਲੀਆ ਕਮੇਟੀ ਮੁੜ ਸਰਗਰਮ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਆਤਿਸ਼। ਹਮੀਰ ਸਿੰਘ ਜੀ, ਪੰਜਾਬ ਦੇ ਵਿੱਚ ਵਿਗੜ ਚੁੱਕੇ ਵਿੱਤੀ ਹਾਲਾਤਾਂ ਦੇ ਸੁਧਾਰ ਲਈ ਜਿਹੜਾ ਪੰਜਾਬ ਸਰਕਾਰ ਵੱਲੋਂ ਆਹਲੂਵਾਲੀਆ ਕਮੇਟੀ ਬਣਾਈ ਗਈ ਸੀ, ਜਿਸ ਵੱਲੋਂ ਇਹਨਾਂ ਵਿੱਤੀ ਹਾਲਾਤਾਂ ਨੂੰ ਮੁੜ ਲੀਹ ਤੇ ਲਿਆਉਣ ਲਈ ਜਿਹੜੀ ਇੱਕ ਰਿਪੋਰਟ ਤਿਆਰ ਕੀਤੀ ਗਈ, ਉਹਨਾਂ ਵੱਲੋਂ ਪਹਿਲਾਂ ਰਿਪੋਰਟ ਪੇਸ਼ ਵੀ ਕੀਤੀ ਗਈ ਹੈ। ਅਸੀਂ ਜਾਣਨਾ ਚਾਹਾਂਗੇ ਪਹਿਲਾਂ ਤਾਂ ਇਹੀ ਵੀ ਕਿ ਆਹਲੂਵਾਲੀਆ ਕਮੇਟੀ ਦਾ ਕੀ ਕੰਮਕਾਰ ਸੀ, ਇਸਨੇ ਕੀ ਜਿਹੜਾ ਸੀ ਪਲੈਨਿੰਗ ਕਰਨੀ ਸੀ, ਜਾਂ ਇਸ ਕਮੇਟੀ ਵਿੱਚ ਕੌਣ-ਕੌਣ ਮੈਂਬਰ ਸੀਗੇ। ਅਸਲ ਦੇ ਵਿੱਚ ਜਿਹੜਾ ਪਿਛਲੇ ਸਾਲ ਜਦੋਂ ਲਾਕਡਾਊਨ ਹੋਇਆ 2 ਮਹੀਨੇ ਲਗਾਤਾਰ, ਉਦੋਂ ਹਾਹਾਕਾਰ ਸੀ ਕਿ ਜਿਹੜੀ ਅਰਥ ਵਿਵਸਥਾ ਉਹ ਪੂਰੀ ਤਰ੍ਹਾਂ ਚਰਮਰਾ ਗਈ, ਮੁੜ ਕੇ ਲੀਹ ਤੇ ਲਿਆਉਣਾ ਹੈ। ਤਾਂ ਪੰਜਾਬ ਸਰਕਾਰ ਨੇ ਇੱਕ ਉਸ ਸਮੇਂ ਦੌਰਾਨ ਕਿਹਾ ਕਿ ਜੇ ਅਸੀਂ ਇੱਕ ਬੜੀ ਮਾਹਰਾਂ ਦੀ ਕਮੇਟੀ ਬਣਾਉਂਦੇ ਹਾਂ, ਉਹ ਸਾਨੂੰ ਦੱਸੂਗੀ ਕਿ ਕਿਵੇਂ ਪੰਜਾਬ ਦੇ ਵਿੱਚ ਆਰਥਿਕ ਕੰਮਕਾਜ ਚਲਾਉਣੇ ਨੇ। ਉਹ ਮੌਂਟੇਕ ਸਿੰਘ ਆਹਲੂਵਾਲੀਆ ਜਿਹੜੇ ਡਿਪਟੀ ਚੇਅਰਮੈਨ ਰਹੇ ਨੇ ਪਲਾਨਿੰਗ ਕਮਿਸ਼ਨ ਦੇ ਗਵਰਨਮੈਂਟ ਆਫ ਇੰਡੀਆ 'ਚ ਵੀ ਉਦੋਂ ਡਾਕਟਰ ਮਨਮੋਹਨ ਸਿੰਘ ਵੇਲੇ, ਉਹਨਾਂ ਦੀ ਅਗਵਾਈ 'ਚ ਇੱਕ 20 ਮੈਂਬਰੀ ਕਮੇਟੀ ਬਣਾਈ ਅਤੇ ਉਹ 20 ਮੈਂਬਰੀ ਕਮੇਟੀ 'ਚ ਲਗਭਗ ਦੇਸ਼ ਦੇ ਉਹ ਸਾਰੇ ਆਰਥਿਕਤਾ ਨਾਲ ਸੰਬੰਧਿਤ ਬੰਦੇ ਨੇ, ਜਿਹਦੇ 'ਚ ਅਸ਼ੋਕ ਗੁਲਾਟੀ ਵੀ ਹੈ। ਜਿਹੜੇ ਅਸ਼ੋਕ ਗੁਲਾਟੀ ਹੁਣ ਸੁਪਰੀਮ ਕੋਰਟ ਨੇ ਮੈਂਬਰ ਲਿਆ ਸੀ, ਉਹ 4 ਮੈਂਬਰੀ ਕਮੇਟੀ ਦਾ, ਜਿਹੜੀ ਕਿਸਾਨਾਂ ਦੇ ਕਾਨੂੰਨਾਂ ਦੇ ਮਾਮਲੇ ਦੇ ਵਿੱਚ ਬਣੀ ਸੀ। ਔਰ ਉਹ ਸਾਰੇ ਬੰਦੇ ਅਸਲ ਦੇ ਵਿੱਚ ਮੈਜੋਰਿਟੀ ਉਹਨਾਂ ਦਾ ਵੱਡੇ ਪੱਧਰ ਦੇ ਉੱਤੇ ਸਮੇਤ ਮੌਂਟੇਕ ਸਿੰਘ ਆਹਲੂਵਾਲੀਆ, ਉਹ ਉਸੇ ਸੋਚ ਦੇ ਆਦਮੀ ਨੇ, ਉਸੇ ਸਕੂਲ ਆਫ ਥਾਟ ਦੇ ਆਦਮੀ ਨੇ ਜਿਹੜੇ ਕਾਰਪੋਰੇਟ ਅਰਥ ਵਿਵਸਥਾ ਨੂੰ ਪੂਰੀ ਖੁੱਲ੍ਹ ਦੇਣਾ ਚਾਹੁੰਦੇ ਨੇ, ਜਿਹੜੇ ਪੂਰੀ ਖੁੱਲ੍ਹੀ ਮੰਡੀ ਦੇ ਸਿਧਾਂਤ ਨੂੰ ਲਾਗੂ ਕਰਨਾ ਚਾਹੁੰਦੇ ਨੇ। ਇਸੇ ਕਰਕੇ ਉਹਦੇ ਵਿੱਚ ਪੰਜਾਬ ਤੋਂ ਨਹੀਂ, ਉਹਦੇ 'ਚੋਂ ਬਾਹਰੋਂ ਹੀ ਸਾਰੇ ਬੰਦੇ ਲਏ ਗਏ ਸੀ। ਅਤੇ ਉਸ ਕਮੇਟੀ ਨੇ ਆਪਣੀ ਇੱਕ ਅੰਤਰਿਮ ਰਿਪੋਰਟ ਜਾਰੀ ਕੀਤੀ ਸੀ, ਜਿਹੜੀ ਪਿਛਲੇ ਸਾਲ ਜੂਨ ਦੇ ਵਿੱਚ ਹੀ। ਅਤੇ ਉਹ ਅੰਤਰਿਮ ਰਿਪੋਰਟ ਦੇ ਵਿੱਚ ਹਾਹਾਕਾਰ ਮੱਚ ਗਈ ਪੂਰੇ ਪੰਜਾਬ ਦੇ ਵਿੱਚ, ਸਗੋਂ ਉਸ ਸਮੇਂ ਦੇ ਦੌਰਾਨ, ਕਿਉਂਕਿ ਉਹਨਾਂ ਸਮਿਆਂ ਦੇ ਦੌਰਾਨ ਹੀ ਜਦੋਂ ਉਹਦੀ ਰਿਪੋਰਟ ਆਈ ਹੈ, 2-3 ਗੱਲਾਂ ਹੋ ਰਹੀਆਂ ਸੀ। ਉਦੋਂ ਹੀ ਪੰਜਾਬ ਗੌਰਮੈਂਟ ਖੁਦ ਵੀ, ਜਿਹੜਾ ਕੇਂਦਰ ਸਰਕਾਰ ਦਾ ਬਿਜਲੀ ਦਾ ਤਜਵੀਜ਼ਤ ਕਾਨੂੰਨ ਸੀ 2020, ਪੰਜਾਬ ਗੌਰਮੈਂਟ ਉਹਦਾ ਵਿਰੋਧ ਕਰ ਰਹੀ ਹੈ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਉਹਦਾ ਵਿਰੋਧ ਕਰ ਰਹੀਆਂ ਨੇ, ਪੰਜਾਬ ਦੀਆਂ ਮੁਲਾਜ਼ਮ ਅਤੇ ਬਾਕੀ ਜਥੇਬੰਦੀਆਂ ਉਹਦਾ ਵਿਰੋਧ ਕਰ ਰਹੀਆਂ ਨੇ। ਅਤੇ ਦੂਜੀ ਗੱਲ ਇਹ ਸੀ ਕਿ ਫਿਰ 3 ਕਾਨੂੰਨ ਆ ਗਏ, ਉਹ ਬਿੱਲ ਆ ਗਏ। ਉਹਨਾਂ ਬਿੱਲਾਂ ਦਾ ਵਿਰੋਧ ਪੂਰੇ ਕਿਸਾਨ ਕਰ ਰਹੇ ਨੇ, ਉਹੀ ਜਿਹੀਆਂ ਰਿਕਮੈਂਡੇਸ਼ਨ ਜਿਹੜੀਆਂ ਉਹਨਾਂ ਬਿੱਲਾਂ ਦੇ ਵਿੱਚ ਨੇ। ਜੇ ਤੁਸੀਂ ਉਹ ਬਿੱਲ ਚੱਕ ਲਓ ਅਤੇ ਮੌਂਟੇਕ ਸਿੰਘ ਆਹਲੂਵਾਲੀਆ ਦੀ ਰਿਪੋਰਟ 'ਤੇ ਸਿਫਾਰਿਸ਼ ਕੀਤੀ ਗੱਲ ਚੱਕ ਲਓ, ਤਾਂ ਇਹਦਾ ਮਤਲਬ ਇਹ ਹੈ ਕਿ ਪੰਜਾਬ ਸਰਕਾਰ ਔਰ ਕਿਸਾਨ ਜਿਹੜਾ ਵਿਰੋਧ ਕਰ ਰਹੇ ਨੇ ਬਿੱਲਾਂ ਦਾ, ਉਹ ਗਲਤ ਨੇ। ਉਹ ਬਿੱਲ ਹੀ ਮਤਲਬ ਅਰਥ ਵਿਵਸਥਾ ਨੂੰ ਕਹਿੰਦਾ ਪਟੜੀ 'ਤੇ ਲਿਆ ਸਕਦੇ ਨੇ, ਇਹ ਕਹਿੰਦੀ ਸੀ ਇਹ ਰਿਪੋਰਟ। ਇਹਦੇ ਤੋਂ ਇਲਾਵਾ ਮੁਲਾਜ਼ਮਾਂ ਬਾਰੇ ਉਹਨੇ ਕਿਹਾ ਕਿ ਜਿਹੜੇ ਜ਼ਿਆਦਾ ਤਨਖਾਹਾਂ ਲੈ ਰਹੇ ਨੇ, ਉਹਨਾਂ ਦੀਆਂ ਤਨਖਾਹਾਂ 'ਤੇ ਘਟਾਓ। ਖਾਸ ਤੌਰ 'ਤੇ ਇੱਕ ਰਿਕਮੈਂਡੇਸ਼ਨ ਉਹਨੇ ਪੂਰੀ ਤਰ੍ਹਾਂ ਇਹ ਕੀਤੀ ਕਿ ਪੰਜਾਬ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਜਿਹੜੀਆਂ ਨੇ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਗੌਰਮੈਂਟ ਦੀਆਂ, ਉਹ ਕੇਂਦਰੀ ਸਰਕਾਰ ਦੇ ਮੁਲਾਜ਼ਮਾਂ ਦੇ ਬਰਾਬਰ ਕਰੋ। ਪੰਜਾਬ 'ਚ ਨਾਰਮਲੀ ਉਦੋਂ ਜ਼ਿਆਦਾ ਤਨਖਾਹਾਂ ਗੌਰਮੈਂਟ ਲੈਵਲ 'ਤੇ ਅਤੇ ਬੋਰਡਾਂ, ਕਾਰਪੋਰੇਸ਼ਨਾਂ 'ਚ ਮਿਲਦੀਆਂ ਨੇ। ਅਤੇ ਨਾਲ ਉਹਨੇ ਇਹ ਵੀ ਕਿਹਾ ਕਿ ਜਿਹੜੀ ਭਰਤੀ ਸੀਗੀ ਉਦੋਂ ਇੱਕ ਕਰਨ ਦਾ ਸਵਾਲ ਪੁਲਿਸ ਦੇ ਵਿੱਚ, ਜਾਂ ਨਵੀਂ ਭਰਤੀ ਬੰਦ ਕਰੋ ਜਿਹੜੀ ਗੌਰਮੈਂਟਾਂ ਦੇ ਮਾਮਲੇ ਦੇ ਵਿੱਚ ਸੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹੋ ਜਿਹੀਆਂ ਲਿਆ ਕੇ ਦਿੱਤੀਆਂ ਆਈਆਂ ਸਾਡੇ ਸਾਹਮਣੇ, ਉਹਦਾ ਸੁਭਾਵਿਕ ਸੀ ਕਿ ਆਹਲੂਵਾਲੀਆ ਕਮੇਟੀ ਦੇ ਨਾਂ 'ਤੇ ਮੰਗ ਪੱਤਰ ਦੇਣੇ ਸ਼ੁਰੂ ਕੀਤੇ, ਮੁਲਾਜ਼ਮਾਂ ਨੇ ਰੈਲੀਆਂ ਕੀਤੀਆਂ, ਪ੍ਰੋਟੈਸਟ ਕੀਤੇ, ਬਾਕੀ ਸਾਰਾ ਕੀਤਾ। ਅਤੇ ਕਿਸਾਨਾਂ ਨੂੰ ਮੁਫਤ ਬਿਜਲੀ ਦਾ ਸਵਾਲ ਜਿਹੜਾ ਸੀ, ਉਹਨੂੰ ਵੀ ਉਹਨੇ ਕਿਹਾ ਕਿ ਉਹਨੂੰ ਬੰਦ ਕਰੋ। ਔਰ ਨਾਲ ਇਹ ਗੱਲ ਕਹੀ ਕਿ ਜਿਹੜਾ ਤੁਹਾਡਾ ਹੀ ਜਿਹੜਾ ਖੇਤੀ ਦਾ ਕਮਿਸ਼ਨ ਹੈ, ਜਿਹੜਾ ਕਿਸਾਨ ਅਤੇ ਖੇਤੀ ਕਾਮੇ ਕਮਿਸ਼ਨ ਹੈ, ਉਹਨੇ ਵੀ ਰਿਕਮੈਂਡ ਕੀਤਾ ਕਿ ਉਹੀ ਸਬਸਿਡੀ ਕਿਸੇ ਹੋਰ ਰੂਪ ਦੇ ਵਿੱਚ ਦਿੱਤੀ ਜਾਏ। ਤਾਂ ਜਦੋਂ ਐਡਾ ਵੱਡਾ ਹੋ ਹੱਲਾ ਹੋ ਗਿਆ, ਤਾਂ ਪੰਜਾਬ ਦੀ ਕੈਬਨਿਟ ਨੇ ਉਹ ਦਿੱਤੀਆਂ ਗਈਆਂ ਸਿਫਾਰਸ਼ਾਂ ਨੂੰ ਨਾ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਅਤੇ ਉਹਦੇ ਵਿੱਚ ਨਾਲ ਦੀ ਨਾਲ ਇਹ ਕਿਹਾ ਕਿ ਚੀਫ ਮਿਨਿਸਟਰ ਨੂੰ ਇਹ ਬਿਆਨ ਦੇਣਾ ਪਿਆ ਉਦੋਂ ਕਿਸਾਨੀ ਦੇ ਵਿਰੋਧ ਦੇ ਚੱਲਦੇ, ਕਿ ਜਿੰਨਾ ਚਿਰ ਮੈਂ ਬੈਠਾ ਉਨਾ ਚਿਰ ਬਿਜਲੀ ਦੇ ਬਿੱਲ ਨਹੀਂ ਲੱਗਣਗੇ। ਇਹ ਸਾਰਾ ਕੁਝ, ਉਹ ਸਾਰੀ ਰਿਪੋਰਟ ਹੈ, ਉਹਦੇ 'ਚ ਇਹ ਸਾਰੀਆਂ ਗੱਲਾਂ ਤੋਂ ਬਿਨਾਂ ਕੋਈ ਗੱਲ ਨਹੀਂ ਹੈ ਜਿਹਦੇ ਨਾਲ ਇਹਨੂੰ ਪਟੜੀ 'ਤੇ ਲਿਆਂਦਾ ਜਾ ਸਕੇ। ਅਤੇ ਹੁਣ ਉਹੀ ਕਮੇਟੀ ਮੁੜ ਕੇ ਉਹਨੂੰ ਕਿਹਾ ਸੀ, ਉਹ ਸੀਗੀ ਉਹਦੀ ਇੰਟਰਮ ਰਿਪੋਰਟ। ਫਾਈਨਲ ਰਿਪੋਰਟ ਪਹਿਲਾਂ ਦਸੰਬਰ ਤੱਕ ਦੇਣੀ ਸੀ, ਫਿਰ 31 ਮਾਰਚ ਤੱਕ, ਜਿਹੜੀ ਆ 21 ਲੰਘ ਗਈ ਹੁਣ, ਜਿਹੜੀ ਪਿਛਲੇ ਮਹੀਨੇ ਤੋਂ ਬਾਅਦ ਪਹਿਲਾਂ। ਅਤੇ ਹੁਣ ਉਹ ਦੁਬਾਰਾ ਐਕਟਿਵ ਹੋ ਕੇ ਉਹ ਕਹਿੰਦੇ ਨੇ ਉਹਨੇ ਕੋਈ ਫਾਈਨਲ ਰਿਪੋਰਟ ਦੇਣੀ ਹੈ, ਐਕਟਿਵ ਹੋ ਗਈ ਹੈ। ਖਬਰਾਂ ਛਪੀਆਂ ਨੇ ਕਿ ਉਹ ਮੁੜ ਕੇ ਸਰਗਰਮ ਹੋ ਗਏ ਨੇ ਕਿ ਅਸੀਂ ਹੋਰ ਦੇਖ ਰਹੇ ਹਾਂ ਹੁਣ ਇਹਦਾ ਕੀ ਕੀਤਾ ਜਾਣਾ ਚਾਹੀਦਾ। ਔਰ ਉਹ ਕੀ ਕਰੇਗੀ ਉਦੋਂ ਬਾਅਦ, ਉਹ ਬਾਅਦ ਦੇ ਸਵਾਲ ਨੇ। ਪਰ ਪਹਿਲੀ ਰਿਪੋਰਟ 'ਤੇ ਜੇਕਰ
ਦਿੱਤੀ ਗਈ ਰਿਪੋਰਟ ਤੇ ਅਮਲ ਨਹੀਂ ਹੋਣਾ, ਸੂਬਾ ਸਰਕਾਰ ਬੰਦ ਕਰ ਚੁੱਕੀ ਹੈ, ਉਹਦੀ ਰਿਪੋਰਟ ਦੀਆਂ ਰਿਕਮੈਂਡੇਸ਼ਨ ਨੂੰ ਨਾ ਲਾਗੂ ਕਰਨ ਦਾ ਫੈਸਲਾ ਕਰ ਚੁੱਕੀ ਹੈ, ਤਾਂ ਫਿਰ ਅਗਲੀ ਰਿਪੋਰਟ ਕੀ ਕਰੂਗੀ ਤੇ ਕਿਉਂ ਜੀ ਹੋਏਗੀ, ਇਹ ਬੜਾ ਵੱਡਾ ਸਵਾਲ ਹੈ ਉਸ ਕਮੇਟੀ ਤੇ। ਕਮੇਟੀ ਕੰਮ ਕਿਉਂ ਕਰਦੀ ਹੈ ਉਦੋਂ ਬਾਅਦ, ਕਿਉਂ ਕਰਦੀ ਰਹੀ ਹੈ ਜਿਹੜੀ ਉਹਦੇ ਫਿੱਟ ਹੀ ਨਹੀਂ ਹੈ, ਜਿਹਦੀ ਅਪਰੋਚ ਉਹਦੇ ਫਿੱਟ ਨਹੀਂ ਹੈ। ਹਮੀਰ ਸਿੰਘ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ ਪਿਛਲੇ ਸਾਲ ਇਹਨਾਂ ਵੱਲੋਂ ਪਹਿਲਾਂ ਅੰਤਰਿਮ ਜਿਹੜੀ ਰਿਪੋਰਟ ਜਾਰੀ ਕੀਤੀ ਗਈ, ਉਹਦਾ ਵੱਡੇ ਪੱਧਰ ਤੇ ਸੂਬੇ ਭਰ 'ਚ ਵਿਰੋਧ ਵੀ ਹੋਇਆ, ਮੁਲਾਜ਼ਮਾਂ ਨੇ ਪ੍ਰੋਟੈਸਟ ਵੀ ਕੀਤੇ ਆ, ਮੰਗ ਪੱਤਰ ਵੀ ਦਿੱਤੇ ਆ, ਫਿਰ ਪੰਜਾਬ ਕੈਬਨਿਟ ਨੇ ਵੀ ਇਸ ਨੂੰ ਲਾਗੂ ਕਰਨ ਤੋਂ ਜਿਹੜਾ ਇਨਕਾਰ ਕਰ ਦਿੱਤਾ ਤੇ ਮੁੜ ਇਹ ਦੁਬਾਰਾ ਫਾਈਨਲ ਰਿਪੋਰਟ ਦੀ ਤਿਆਰੀ ਕਰ ਰਹੀ। ਤੁਹਾਨੂੰ ਕੀ ਲੱਗਦਾ ਵੀ ਕਿ ਇਹ ਜਿਹੜੀ ਹੁਣ ਨਵੀਂ ਰਿਪੋਰਟ ਹੈ ਇਸ 'ਚ ਕੀ ਕੁਝ ਬਦਲਾਅ ਦੇਖਣ ਨੂੰ ਮਿਲ ਸਕਦੇ ਆ ਜਾਂ ਕਿਸ ਤਰ੍ਹਾਂ ਦੇ ਹੋਣ ਦੀ ਸੰਭਾਵਨਾਵਾਂ ਤੁਹਾਨੂੰ ਲੱਗ ਰਹੀਆਂ? ਔਰ ਉਹਦੇ 'ਚ ਤਾਂ ਸਿੱਧੀ ਉਹ ਗੱਲ ਇਹੀ ਹੈ ਕਿ ਜਦੋਂ ਜਿਹੜਾ ਮਾਈਂਡ ਸੈੱਟ ਹੁੰਦਾ ਬੰਦਿਆਂ ਦਾ ਬਣਿਆ ਹੋਇਆ, ਜਿਹੜੀ ਸੋਚ ਪ੍ਰਣਾਲੀ ਹੁੰਦੀ ਹੈ, ਉਸੇ ਦਿਸ਼ਾ 'ਚ ਸੋਚ ਸਕਦਾ, ਉਹਦੇ ਲਈ ਉਹ ਹੁਨਰਮੰਦ ਹੈ, ਉਹਦੇ ਲਈ ਉਹ ਗੱਲ ਕਰਦਾ। ਜਦੋਂ ਇਹ ਸਾਰੇ ਬੰਦੇ ਈਵਨ ਮੌਂਟੇਕ ਸਿੰਘ ਆਹਲੂਵਾਲੀਆ ਤੋਂ ਲੈ ਕੇ ਵਰਲਡ ਬੈਂਕ ਦੇ ਰਾਹੀਂ ਆਏ ਹੋਏ ਨੇ, ਈਵਨ ਜਦੋਂ ਇਹਨਾਂ ਦਾ ਉਭਾਰ ਕਦੋਂ ਹੁੰਦਾ, ਇਹਨਾਂ ਦਾ ਉਭਾਰ ਹੁੰਦਾ 1991 ਤੋਂ ਬਾਅਦ, ਜਦੋਂ ਨਰਸਿਮਹਾ ਰਾਓ ਦੀ ਸਰਕਾਰ ਬਣਦੀ ਹੈ, ਉਹ ਡਾਕਟਰ ਮਨਮੋਹਨ ਸਿੰਘ ਨੂੰ ਫਾਈਨਾਂਸ ਮਿਨਿਸਟਰ ਲੈ ਲੈਂਦੇ ਨੇ, ਵਿੱਤ ਮੰਤਰੀ, ਹਾਲਾਂਕਿ ਉਹ ਕਿਸੇ ਸਦਨ ਦੇ ਮੈਂਬਰ ਵੀ ਨਹੀਂ ਸੀ, ਬਾਅਦ ਚ ਰਾਜ ਸਭਾ ਦੇ ਮੈਂਬਰ ਬਣਾਏ ਜਾਂਦੇ ਨੇ, ਜਿਹਦੇ ਚੋਂ ਉਹ ਲੈਂਦੇ ਨੇ। ਉਦੋਂ ਬਾਅਦ ਪਹਿਲਾਂ ਤਾਂ ਉਹ ਜਿਹੜੀ ਅਰਥ ਵਿਵਸਥਾ ਖੋਲ੍ਹਦੇ ਨੇ। ਖੋਲ੍ਹਣ ਦਾ ਮਤਲਬ ਇਹ ਹੈ ਕਿ ਕਾਰਪੋਰੇਟ ਪੂੰਜੀ ਨੂੰ ਇੱਕ ਖੁੱਲ੍ਹਾ ਮੌਕਾ ਦਿਓ, ਜਿੱਧਰ ਨੂੰ ਮਰਜ਼ੀ ਉਹ ਜਾਣਾ ਚਾਹੁੰਦਾ, ਜਿੰਨਾ ਮਰਜ਼ੀ ਪ੍ਰੋਫਿਟ ਦਾ ਸਵਾਲ ਹੈ। ਫਿਰ ਡਾਕਟਰ ਮਨਮੋਹਨ ਸਿੰਘ ਖੁਦ 10 ਸਾਲ ਪ੍ਰਾਈਮ ਮਿਨਿਸਟਰ ਰਹਿੰਦੇ ਨੇ, ਤੇ ਉਦੋਂ ਵੀ ਸਾਰਾ ਸਪੈਸ਼ਲ ਇਕਨੋਮਿਕ ਜ਼ੋਨ ਦਾ ਇੱਕ ਆਉਂਦਾ ਹੈ, SEZ ਜਿਹੜੇ ਬਣਾਏ ਗਏ ਸੀ ਤਾਂ ਕਿ ਉਹਨਾਂ ਲਈ ਇੱਕ ਸਪੈਸ਼ਲ ਮਾਹੌਲ ਕ੍ਰੀਏਟ ਕੀਤਾ ਜਾਏ, ਇਨਵੈਸਟਮੈਂਟ ਲਿਆਂਦੀ ਜਾਏ, ਬਾਕੀ ਚੀਜ਼ਾਂ ਹੋਣ। ਉਹ ਸਾਰੀ ਜਿਹੜੀ ਅਰਥ ਵਿਵਸਥਾ ਉਹਦੇ ਖਿਲਾਫ ਬਹੁਤ ਵੱਡਾ ਇੱਕ ਵਿਰੋਧ ਦੇਸ਼ ਪੱਧਰ ਦੇ ਉੱਤੇ ਵੀ ਹੈ ਤੇ ਪੰਜਾਬ ਦੇ ਵਿੱਚ ਉਹਨਾਂ ਪਾਲਿਸੀਆਂ ਦੇ ਵਿਰੋਧ 'ਚ। ਤੇ ਉਹ ਪਾਲਿਸੀਆਂ ਨੇ ਜਿਹੜੀਆਂ ਉਧਰ ਨੂੰ ਲਿਜਾ ਕੇ, ਜਿਹਨੂੰ ਉਹੀ ਪਾਲਿਸੀ ਹੈ ਅਸਲ 'ਚ ਆਰਥਿਕ ਤੌਰ ਤੇ, ਜਿਹਨੂੰ ਹੁਣ BJP ਦੀ ਗਵਰਨਮੈਂਟ ਨੰਗੇ ਚਿੱਟੇ ਰੂਪ 'ਚ ਲਾਗੂ ਕਰਦੀ ਹੈ। ਈਵਨ SEZ ਦੇ ਵਿਰੋਧ ਦੇ ਵਿੱਚ ਜਦੋਂ ਇੱਥੇ ਦੇਸ਼ ਦੇ ਵਿੱਚ ਕਿਸਾਨ ਮੂਵਮੈਂਟ ਚੱਲੀ, ਉਦੋਂ ਤਾਂ ਘੱਟੋ ਘੱਟ ਉਸ UPA ਸਰਕਾਰ ਨੇ ਇੱਕ ਕੰਮ ਕੀਤਾ, ਉਹਦੇ ਮੁਕਾਬਲੇ ਘੱਟੋ ਘੱਟ ਇਹ ਕਰ ਦਿੱਤਾ ਗਿਆ ਕਿ ਇੱਕ ਤਾਂ ਲੈਂਡ ਐਕੁਜੀਸ਼ਨ ਐਕਟ ਜਿਹੜਾ ਹੈ ਉਹ ਥੋੜ੍ਹਾ ਜਿਹਾ ਇਹੋ ਜਿਹਾ ਬਣਾ ਦਿੱਤਾ ਜਾਏ ਜਿਹੜਾ ਕਿਸਾਨਾਂ ਜਾਂ ਦੂਜੇ ਲੋਕਾਂ ਦੇ ਹਿੱਤ 'ਚ ਜਾਂਦਾ ਹੋਵੇ। ਦੂਜਾ ਉਹਨਾਂ ਨੇ RTI ਲੈ ਆਂਦਾ। ਤੀਜਾ ਉਹਨਾਂ ਨੇ ਆਮ ਬੰਦੇ ਲਈ ਘੱਟੋ ਘੱਟ 100 ਦਿਨ ਦੀ ਗਰੰਟੀ ਦਾ ਕਾਨੂੰਨ ਨਰੇਗਾ ਦੇ ਰੂਪ ਦੇ ਵਿੱਚ ਲਿਆਂਦਾ, ਜਿਹੜਾ ਬਾਅਦ ਦੇ ਵਿੱਚ ਮਹਾਤਮਾ ਗਾਂਧੀ ਜਿਹੜੀ ਪੇਂਡੂ ਰੁਜ਼ਗਾਰ ਗਰੰਟੀ ਯੋਜਨਾ ਦਾ ਸਵਾਲ ਬਣਿਆ। ਔਰ ਉਹ ਸਾਰਾ ਵੀ ਲਿਆਂਦਾ ਕਿ ਇਹਨਾਂ ਨੂੰ ਵੀ ਕੁਝ ਦਿੱਤਾ ਜਾਏ। ਹੁਣ ਤਾਂ ਕੋਈ ਇਹਨਾਂ ਦੀ ਤਾਂ ਗੱਲ ਹੀ ਨਹੀਂ ਕਰਦਾ ਕਿ ਗਰੀਬ ਬੰਦਿਆਂ ਨੂੰ ਵੀ ਰੁਜ਼ਗਾਰ ਮਿਲੇ, ਜਿਹੜੇ ਬੰਦੇ ਆਰਥਿਕਤਾ ਤੋਂ ਬਿਲਕੁਲ ਬਾਹਰ ਚਲੇ ਗਏ ਉਹਨਾਂ ਦਾ ਵੀ ਕੁਝ ਹੋਵੇ। ਜਦੋਂ ਉਹ ਨਹੀਂ ਹੁੰਦਾ ਤਾਂ ਇਹਦੇ ਤੋਂ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ ਕਿ ਉਹ ਜਿਹੜੀ ਬੁਨਿਆਦੀ ਪਹਿਲੀਆਂ ਰਿਕਮੈਂਡੇਸ਼ਨ ਨੇ ਉਹ ਤੋਂ ਬਾਹਰ ਜਾ ਕੇ ਆਹਲੂਵਾਲੀਆ ਕਮੇਟੀ ਦਾ ਕੋਈ ਸਾਰਥਕਤਾ ਕੋਈ ਬਣਦੀ ਹੈ ਜਾਂ ਕੋਈ ਉਹਦੀ ਗੱਲ 'ਚ ਕੋਈ ਹੋ ਸਕਦਾ ਹੈ, ਕਿਉਂਕਿ ਉਹਦੇ ਦਾਇਰੇ ਤੋਂ ਬਾਹਰ ਜਾਣਾ ਮੈਨੂੰ ਨਹੀਂ ਲੱਗਦਾ। ਕਿਉਂਕਿ ਸਾਡੀਆਂ ਸਰਕਾਰਾਂ 'ਚ ਪਾਰਟੀਆਂ ਦਾ ਵੀ ਸਾਡਾ ਦਾਇਰਾ ਹੈ, ਸ਼ਾਇਦ ਉਹ ਵਿਦਵਾਨ ਵੀ ਉਹੋ ਜਿਹੇ ਤਾਂ ਚੁਣਦੇ ਨੇ ਜਿਹੜੇ ਪਹਿਲਾਂ ਹੀ ਪਤਾ ਹੁੰਦਾ ਕਿ ਇਸ ਰਸਤੇ 'ਤੇ ਲਿਜਾਣਗੇ। ਅਮਰਿੰਦਰ ਸਰਕਾਰ ਵੱਲੋਂ ਕਮੇਟੀ ਦੇ ਵਿੱਚ ਲਏ ਗਏ ਨਾਮ ਜਿਹੜੇ ਨੇ ਉਹ ਇਹ ਸਾਬਤ ਕਰਦੇ ਨੇ ਕਿ ਇਹਨਾਂ ਨੇ ਉਸੇ ਟਰੈਕ ਦੇ ਉੱਤੇ ਜਾਣਾ ਜਿਹੜੇ ਟਰੈਕ ਤੇ ਮੋਦੀ ਹੈ। ਉਹ ਤਾਂ ਕਿਸਾਨਾਂ ਦੇ ਵਿਰੋਧ ਦੇ ਕਰਕੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਕਿਸਾਨਾਂ ਬਿੱਲਾਂ ਦੇ ਪੱਖ ਦੇ ਵਿੱਚੋਂ, ਬੇਸਿਕਲੀ ਆਰਥਿਕ ਕਾਨੂੰਨ ਆਰਥਿਕ ਨੀਤੀ ਦੇ ਪੱਖ ਦੇ ਵਿੱਚੋਂ ਪਾਰਟੀਆਂ ਦੇ ਵਿੱਚ ਕੋਈ ਬਹੁਤਾ ਬਖਰੇਵਾਂ ਨਹੀਂ ਹੈ। ਔਰ ਇਸੇ ਕਰਕੇ ਇਹ ਜਿਹੜੇ ਲੋਕ ਕਹਿੰਦੇ ਨੇ ਰੁਜ਼ਗਾਰ ਚਾਹੀਦਾ, ਇਹ ਰੁਜ਼ਗਾਰ ਦੇ ਖਿਲਾਫ ਕਹਿੰਦੇ ਨੇ ਰੁਜ਼ਗਾਰ ਤੇ ਪਾਬੰਦੀ ਲਾ ਦਿਓ। ਇਹ ਜਿਹੜੇ ਕਹਿੰਦੇ ਨੇ ਕਿਸਾਨਾਂ ਦਾ ਹੱਕ ਚਾਹੀਦਾ, ਇਹ ਕਹਿੰਦੇ ਨੇ ਕਾਰਪੋਰੇਟ ਨੂੰ ਹੱਕ ਦੇ ਦਿਓ। ਉਹ ਵੀ ਕਹਿੰਦੇ ਨੇ APMC ਐਕਟ ਜਿਹੜਾ ਇਹ ਤੋਂ ਬਾਹਰ ਜਾ ਕੇ ਪ੍ਰਾਈਵੇਟ ਵਪਾਰੀਆਂ ਨੂੰ ਹੱਕ ਦੇ ਦਿਓ। ਤੇ ਜੇ ਉਹ ਸਾਰੇ ਹੱਕ ਉਸੇ ਤਰੀਕੇ ਨਾਲ ਜਾਣੇ ਨੇ ਤਾਂ ਮੈਨੂੰ ਤਾਂ ਨਹੀਂ ਲੱਗਦਾ ਕਿ ਇਹ ਕਮੇਟੀ ਦੀ ਅਗਲੀ ਰਿਕਮੈਂਡੇਸ਼ਨ ਦੇ ਵਿੱਚ ਕੋਈ ਇਹੋ ਜਿਹਾ ਕਦਮ ਹੋਏਗਾ ਕਿ ਪਟੜੀ ਤੇ ਗੱਡੀ ਆ ਜਾਏਗੀ। ਪਟੜੀ ਤੇ ਗੱਡੀ ਆਉਂਦੀ ਹੈ ਫੈਡਰਲਿਜ਼ਮ ਦੇ ਕੁਐਸਚਨ ਦੇ ਨਾਲ, ਰਾਜਾਂ ਨੂੰ ਅਧਿਕਾਰਾਂ ਦੇ ਸਵਾਲ ਦੇ ਨਾਲ। ਪਟੜੀ ਤੇ ਗੱਡੀ ਆਉਂਦੀ ਹੈ ਜਿਹੜੇ ਵੈਲਥ ਜ਼ਿਆਦਾ ਕਮਾ ਚੁੱਕੇ ਲੋਕ ਨੇ ਉਹਨਾਂ ਤੇ ਥੋੜ੍ਹਾ ਜਿਹਾ ਟੈਕਸ ਵਧਾਉਣ ਦੇ ਨਾਲ, ਉੱਥੋਂ ਪੈਸਾ ਲੈ ਕੇ ਬਾਕੀ ਦੇ ਲੋਕਾਂ ਦੇ ਕੋਲ ਭੇਜਣ ਦੇ ਨਾਲ। ਜਦੋਂ ਦੂਜੇ ਲੋਕਾਂ ਕੋਲ ਪੈਸਾ ਚੱਲੇ ਜਾਏਗਾ ਤਾਂ ਉਹ ਮੰਡੀ 'ਚ ਜਾਣਗੇ, ਮੰਡੀ 'ਚੋਂ ਚੀਜ਼ਾਂ ਖਰੀਦਣਗੇ, ਨਵੀਂ ਮੰਗ ਪੈਦਾ ਹੋਏਗੀ। ਨਵੀਂ ਮੰਗ ਪੈਦਾ ਹੋਏਗੀ ਤਾਂ ਨਵੀਆਂ ਫੈਕਟਰੀਆਂ ਚੱਲਣਗੀਆਂ ਜਾਂ ਪੁਰਾਣੀਆਂ ਖੜੀਆਂ ਚੱਲ ਪੈਣਗੀਆਂ। ਉਹ ਇੱਕ ਸਰਕਲ ਜਿਹੜਾ ਚੱਲੂਗਾ। ਤੇ ਜੇ ਉਹ ਸਰਕਲ ਨਹੀਂ ਚਲਾਉਣ ਦੀ ਕੋਈ ਗੱਲ ਕੀਤੀ ਜਾਂਦੀ ਤਾਂ ਫਿਰ ਮੇਰੇ ਖਿਆਲ ਹੈ ਕੋਈ ਬਹੁਤਾ ਫਾਇਦਾ ਨਹੀਂ ਹੋਏਗਾ। ਠੀਕ ਹੈ, ਉਨੀ ਦੇਰ ਉਹਨਾਂ ਦਾ ਚੱਲਦਾ ਰਹੇਗਾ, ਜਿਹੜੇ ਵੀ ਮੀਟਿੰਗਾਂ ਦੇ ਪ੍ਰਬੰਧ ਹੁੰਦੇ ਰਹਿਣਗੇ, 2-4 ਮੀਟਿੰਗਾਂ ਕਰ ਲੈਣਗੇ ਤੇ ਰਿਕਮੈਂਡੇਸ਼ਨ ਦੇ ਦੇਣਗੇ। ਜੀ ਹਮੀਰ ਸਿੰਘ ਜੀ, ਆਪਾਂ ਗੱਲ ਕਰ ਰਹੇ ਹਾਂ ਦੇਸ਼ ਦੇ ਹਾਲਾਤ ਦੀ, ਤਾਂ ਅਜੀਜ਼ ਪ੍ਰੇਮਜੀ ਯੂਨੀਵਰਸਿਟੀ ਨੇ ਵੀ ਇੱਕ ਜਿਹੜਾ ਅਧਿਐਨ ਦੀ ਰਿਪੋਰਟ ਜਾਰੀ ਕੀਤੀ ਹੈ ਜੋ ਕਿ ਦੇਸ਼ ਦੇ ਹਾਲਾਤਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਸੀਂ ਜਾਣਨਾ ਚਾਹਾਂਗੇ ਉਸ ਰਿਪੋਰਟ ਦੇ ਵਿੱਚ ਉਹਨਾਂ ਨੇ ਕੀ ਕੁਝ ਅਧਿਐਨ ਕੀਤਾ ਜਾਂ ਉਹ ਕੀ ਕਹਿੰਦੀ ਹੈ ਰਿਪੋਰਟ।
ਬਿਲਕੁਲ ਅਜੀਮ ਪ੍ਰੇਮ ਜੀ ਯੂਨੀਵਰਸਿਟੀ ਦਾ ਇੱਕ ਵਿੰਗ ਹੈ ਜਿਹੜਾ ਪੂਰਾ ਜਿਹਨੇ ਇੱਕ ਅਧਿਐਨ ਕੀਤਾ 1 ਸਾਲ ਦਾ ਕੋਵਿਡ ਜਦੋਂ ਪਹਿਲਾਂ ਸ਼ੁਰੂ ਹੋਇਆ ਉਹਦੇ ਤੋਂ ਲੈ ਕੇ ਹੁਣ ਤੱਕ ਦਾ ਉਹਦਾ ਅਧਿਐਨ ਇਹ ਸਾਬਤ ਕਰਦਾ ਕਿ ਸਾਡੇ ਦੇਸ਼ ਦੇ ਵਿੱਚ ਆਰਥਿਕ ਤੌਰ ਤੇ ਇੰਨਾ ਜ਼ਿਆਦਾ ਇਹਦਾ ਅਸਰ ਪਿਆ ਹੈ, ਕਰੋਨਾ ਦਾ ਦੌਰ ਦਾ ਤਾਲਾਬੰਦੀਆਂ ਦਾ ਜਾਂ ਬਾਕੀ ਦਾ, ਜਿਹਦੇ ਕਰਕੇ ਕਾਰੋਬਾਰ ਠੱਪ ਹੋਏ ਜਾਂ ਆਮ ਬੰਦਿਆਂ ਦੀ ਰੋਜੀ ਰੋਟੀ ਚਲੇਗੀ। ਉਹ ਕਹਿੰਦੇ ਨੇ ਕਿ ਜਿਹੜਾ ਗਰੀਬੀ ਦੀ ਰੇਖਾ ਤੋਂ ਹੇਠ ਹੈ, ਘੱਟੋ ਘੱਟ ਉਜਰਤ ਦੇ ਮਾਮਲੇ 'ਚ ਜੋ ਗਰੀਬੀ ਦੀ ਰੇਖਾ ਤੋਂ ਹੇਠ ਹੈ, ਉਹ 23% ਮਤਲਬ 23 ਕਰੋੜ ਬੰਦਾ ਹੋਰ ਨਵਾਂ ਸ਼ਾਮਲ ਹੋ ਗਿਆ। 23 ਕਰੋੜ, ਔਰ 23 ਕਰੋੜ ਕੋਈ ਛੋਟੀ ਜੀ ਗਿਣਤੀ ਨਹੀਂ ਹੁੰਦੀ। ਇਹਦਾ ਮਤਲਬ ਪਹਿਲਾਂ ਜਿੰਨਾ ਸੀ ਤੇ ਉਹਦੇ ਤੋਂ ਜ਼ਿਆਦਾ ਹੋਇਆ, ਉਹ ਤੋਂ ਵਾਧੂ ਬੰਦਾ 23 ਕਰੋੜ ਉਸ ਦੇ ਵਿੱਚ ਚਲਾ ਗਿਆ, ਗਰੀਬੀ ਦੀ ਰੇਖਾ ਤੋਂ ਹੇਠਾਂ ਚਲਾ ਗਿਆ। ਔਰ ਇਹਦੇ ਨਾਲ ਦੀ ਨਾਲ ਦੂਜੀ ਗੱਲ ਇਹ ਹੈ ਕਿ ਜਿਹੜੇ ਲੋਕਾਂ ਦਾ ਰੁਜ਼ਗਾਰ ਗਿਆ, ਇਹ ਤਾਂ ਗਰੀਬੀ ਦੀ ਰੇਖਾ ਤੋਂ ਹੇਠਾਂ ਗਏ, ਉਹਨਾਂ ਨੂੰ ਵੀ ਕਈਆਂ ਦਾ ਅਧੂਰਾ ਰੁਜ਼ਗਾਰ ਮਿਲਿਆ ਜੀ, ਕਈਆਂ ਨੂੰ ਬਿਲਕੁਲ ਰੁਜ਼ਗਾਰ ਤੋਂ ਜਵਾਬ ਮਿਲ ਗਿਆ। ਕਈਆਂ ਨੂੰ ਇਹ ਹੈ ਕਿ ਜਿਹੜੇ ਪਹਿਲਾਂ ਉਹ ਸੰਗਠਿਤ ਖੇਤਰ ਦੇ ਵਿੱਚ ਸੀਗੇ, ਠੀਕ ਤਨਖਾਹਾਂ ਮਿਲਦੀਆਂ ਸੀ, ਉਹ ਹੁਣ ਗੈਰ ਸੰਗਠਿਤ ਖੇਤਰ ਦੇ ਵਿੱਚ ਜਾਣਾ ਪਿਆ, ਉੱਥੇ ਜਿੱਥੇ ਨਹੀਂ ਮਿਲ ਰਿਹਾ ਉਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ। ਉਹ ਇਹ ਕਹਿੰਦੇ ਨੇ ਕਿ ਦੇਸ਼ ਦੇ ਵਿੱਚ ਔਰਤਾਂ ਨੂੰ ਸਭ ਤੋਂ ਵੱਡਾ ਨੁਕਸਾਨ ਹੋਇਆ ਰੁਜ਼ਗਾਰ ਦੇ ਖੇਤਰ 'ਚ। 46.6% ਔਰਤਾਂ ਨੇ ਜਿਨ੍ਹਾਂ ਦਾ ਰੁਜ਼ਗਾਰ ਪੂਰੀ ਤਰ੍ਹਾਂ ਚਲਾ ਗਿਆ, ਜਿਹੜੀਆਂ ਮਤਲਬ ਵਰਕਫੋਰਸ ਤੋਂ ਹੀ ਬਾਹਰ ਹੋ ਗਈਆਂ ਨੇ, ਜਿਹਨੂੰ ਇਹ ਕਿਹਾ ਜਾਂਦਾ ਕਿ ਅੱਗੇ ਵੀ ਔਰਤਾਂ ਕਿੰਨੀਆਂ ਵਰਕਿੰਗ ਨੇ, ਕਿੰਨੀਆਂ ਕੰਮ ਕਰਦੀਆਂ ਨੇ ਉਸ ਮਾਮਲੇ ਦੇ ਵਿੱਚ। ਤੇ 7% ਬੰਦੇ ਨੇ ਜਿਨ੍ਹਾਂ ਨੂੰ ਬਿਲਕੁਲ ਰੁਜ਼ਗਾਰ ਨਹੀਂ ਮਿਲਿਆ। ਪਰ ਉਹਦੇ 'ਚੋਂ ਕਾਫੀ ਵੱਡਾ ਹਿੱਸਾ ਇਹੋ ਜਿਹਾ ਜਿਹੜੇ ਪਹਿਲਾਂ ਕਿਸੇ ਫੈਕਟਰੀ 'ਚ ਕਿਤੇ ਹੋਰ ਸੰਗਠਿਤ ਖੇਤਰ ਦੇ ਵਿੱਚ ਸੀਗੇ, ਹੁਣ ਕੋਈ ਦਿਹਾੜੀ ਦੱਪਾ ਕਿਤੇ ਕੋਈ ਇੱਧਰ ਉੱਧਰਲੇ ਕੰਮ ਕਰਦੇ ਨੇ, ਮਤਲਬ ਉਸ ਫੀਲਡ 'ਚ ਜਾਣ ਲਈ ਮਜਬੂਰ ਹੈ। ਇਹੋ ਜਿਹਾ ਬਹੁਤ ਵੱਡਾ ਸੈਕਸ਼ਨ ਹੈ ਜਿਨ੍ਹਾਂ ਦੀਆਂ ਤਨਖਾਹਾਂ ਅੱਧੀਆਂ ਰਹਿ ਗਈਆਂ, ਮਤਲਬ ਕਟੌਤੀ ਹੋ ਗਈ ਉਸ ਮਾਮਲੇ ਦੇ ਵਿੱਚ। ਔਰ ਜਿਨ੍ਹਾਂ ਦੇ ਵਿੱਚ ਅੱਗੇ ਜਾ ਕੇ ਫਿਰ ਹੋਰ ਨਵੀਆਂ ਸਮੱਸਿਆਵਾਂ ਨੇ ਵੀ, ਸਮਾਜਿਕ ਸਮੱਸਿਆਵਾਂ ਨੇ, ਮਨੋਵਿਗਿਆਨਕ ਸਮੱਸਿਆਵਾਂ ਨੇ, ਜਾਂ ਪਰਿਵਾਰਕ ਨਵੀਆਂ ਸਮੱਸਿਆਵਾਂ ਨੇ ਜਨਮ ਲਿਆ। ਉਹਦੇ ਲਈ ਇਹ ਇੱਕ ਉਸ ਲੈਵਲ ਦਾ ਸਵਾਲ ਹੈ ਜੇ ਕੰਟੀਨਿਊ ਹੈ, ਇਹਦੇ ਬਾਰੇ ਸੋਚਿਆ ਨਹੀਂ ਗਿਆ ਕਿ ਇਹਨੂੰ ਕਰਨਾ ਕਿਵੇਂ ਹੈ। ਤੇ ਉਹਨਾਂ ਲੋਕਾਂ ਦੀ ਮਦਦ ਦੇ ਵਾਸਤੇ ਜੋ ਕਦਮ ਉਠਾਏ ਜਾਣੇ ਚਾਹੀਦੇ ਸੀ, ਜਾਂ ਜੋ ਉਹਨਾਂ ਦੀ ਆਰਥਿਕਤਾ ਦੀ ਜੋ ਕਮੀ ਆਈ ਹੈ ਉਹਨੂੰ ਪੂਰਨ ਦੇ ਵਾਸਤੇ ਜੋ ਕਦਮ ਸੀ, ਉਹ ਕਦਮ ਉਸ ਪੱਧਰ ਤੇ ਉਠਾਏ ਨਹੀਂ ਜਾ ਰਹੇ। ਦੇਸ਼ ਦੇ ਸਾਹਮਣੇ ਬਹੁਤ ਵੱਡਾ ਸਵਾਲ ਹੈ, ਬੇਰੁਜ਼ਗਾਰੀ ਦਾ ਸਵਾਲ ਸਭ ਤੋਂ ਵੱਡਾ ਸਵਾਲ ਹੈ, ਕਿਉਂਕਿ ਰੁਜ਼ਗਾਰ ਪੈਦਾ ਨਹੀਂ, ਰੁਜ਼ਗਾਰ ਵੀ ਉਹ ਜਿਹੜਾ ਉਹਦੇ ਪਰਿਵਾਰ ਦੀ ਰੋਜੀ ਰੋਟੀ ਚਲਾਉਣ ਦੇ ਕਾਬਲ ਹੋਵੇ, ਮਤਲਬ ਉਹਨੇ ਇੱਕ ਜੋਗਾ ਹੋਵੇ ਜਿਹਦੇ ਨਾਲ ਉਹਦੀ ਜ਼ਿੰਦਗੀ ਚੱਲ ਸਕਦੀ ਹੋਵੇ। ਇਸੇ ਤਰ੍ਹਾਂ ਇੱਕ ਬਹੁਤ ਵੱਡਾ ਸਵਾਲ ਇਹ ਵੀ ਆਇਆ ਕਿ ਪੜ੍ਹਾਈ ਦਾ ਬਹੁਤ ਵੱਡਾ ਲਾਸ ਹੋਇਆ, ਖਾਸ ਤੌਰ ਤੇ ਪੇਂਡੂ ਤੇ ਰਿਮੋਟ ਏਰੀਆ ਦੇ ਵਿੱਚ। ਜਦੋਂ ਹੁਣ ਸਕੂਲ ਨਹੀਂ ਲੱਗਦੇ, ਆਨਲਾਈਨ ਦਾ ਸਵਾਲ ਹੈ। ਆਨਲਾਈਨ ਦੇ ਲਈ ਗਰੀਬ ਬੰਦਿਆਂ ਕੋਲ ਬਹੁਤ ਵੱਡਾ ਹਿੱਸਾ ਤਾਂ ਇਹੋ ਜਿਹਾ ਜਿਹਦੇ ਕੋਲ ਸਮਾਰਟਫੋਨ ਨਹੀਂ ਹੈ। ਜੇ ਸਮਾਰਟਫੋਨ ਇੱਕ ਹੈਗਾ ਤਾਂ ਕੁੜੀਆਂ ਨਾਲ ਵਿਤਕਰਾ ਹੈ, ਜੈਂਡਰ ਗੈਪ ਵੀ ਬਹੁਤ ਜ਼ਿਆਦਾ ਹੈ, ਤਾਂ ਉਹ ਮੁੰਡੇ ਨੂੰ ਲੈ ਕੇ ਦੇ ਤਾਂ ਕੁੜੀ ਕੋਲ ਨਹੀਂ ਹੈ ਵੱਡੇ ਪੱਧਰ ਤੇ। ਔਰ ਜੇ ਕਿਸੇ ਕੋਲ ਸਮਾਰਟਫੋਨ ਵੀ ਹੈ ਤਾਂ ਜਿਹੜਾ ਡਾਟਾ ਖਰੀਦਣ ਦੇ ਉੱਤੇ ਲੱਗ ਰਹੇ ਪੈਸੇ ਨੇ, ਰੁਜ਼ਗਾਰ ਉਹਦਾ ਪਹਿਲਾਂ ਹੀ ਚਲਾ ਗਿਆ ਉਹਦੇ ਪੇਰੈਂਟਸ ਦਾ, ਤਾਂ ਉਹ ਕਿਵੇਂ ਬੱਚਿਆਂ ਨੂੰ ਉਹ ਡਾਟਾ ਲੈ ਕੇ ਦੇ। ਤੇ ਜੇ ਉਹ ਫਿਰ ਉਹਦੇ ਤੇ ਆਨਲਾਈਨ ਲੱਗਦੇ ਵੀ ਨੇ ਤਾਂ ਕਨੈਕਸ਼ਨ ਨਹੀਂ ਹੈ ਰਿਮੋਟ ਏਰੀਆ 'ਚ ਪ੍ਰੋਪਰ, ਉਹ ਕਦੇ ਟੁੱਟਦਾ ਕਦੇ ਜੁੜਦਾ, ਉਹਦੇ ਨਾਲ ਵੀ ਉਹਨਾਂ ਦੀਆਂ ਸੰਭਾਵਨਾਵਾਂ ਖਤਮ ਹੁੰਦੀਆਂ ਨੇ ਉਸ ਲੈਵਲ ਤੇ। ਇਸ ਲਈ ਵਿਆਪਕ ਅਸਰ ਹੈ ਇਸ 1 ਸਾਲ ਦੇ ਦੌਰਾਨ ਜਿਹੜਾ ਕੋਵਿਡ ਦਾ ਪਿਆ ਹੋਇਆ। ਉਹਨਾਂ ਅਸਰਾਂ ਨੂੰ ਕਿਵੇਂ ਕਾਊਂਟਰ ਕਰਨਾ ਹੈ, ਉਹਨਾਂ ਅਸਰਾਂ ਨੂੰ ਕਿਵੇਂ ਖਤਮ ਕਰਨਾ ਹੈ, ਕਿਵੇਂ ਕੋਈ ਬਿਹਤਰ ਜ਼ਿੰਦਗੀ ਦੇ ਲਈ ਕੋਈ ਉਪਰਾਲੇ ਕਰਨੇ ਨੇ, ਉਹ ਉਪਰਾਲੇ ਅਜੇ ਤੱਕ ਕੋਈ ਉਸ ਪੱਧਰ ਤੇ ਨਹੀਂ ਨਜ਼ਰ ਆ ਰਹੇ ਜਿਸ ਪੱਧਰ ਤੇ ਕਰਨ ਦੀ ਲੋੜ ਪੈਂਦੀ ਹੈ। ਹੁਣ ਤਾਂ ਜਿਹੜਾ ਦੌਰ ਸਾਡੇ ਸਾਹਮਣੇ ਇਹੀ ਚੱਲ ਰਿਹਾ ਅਜੇ ਤਾਂ ਸੁਪਰੀਮ ਕੋਰਟ ਕਹਿੰਦੀ ਆ, ਬਾਕੀ ਕਹਿੰਦੇ ਨੇ ਕਿ ਜੀ ਤੁਸੀਂ ਆਕਸੀਜਨ ਹੀ ਪੂਰੀ ਨਹੀਂ ਕਰ ਰਹੇ, ਬਾਕੀ ਨਹੀਂ ਪੂਰੀ ਕਰ ਰਹੇ। ਹਾਲਾਂਕਿ ਇਹ ਗੱਲ ਹੁਣ ਸਾਡੇ ਸਾਬਤ ਹੋ ਗਈ ਕਿ ਲਾਪਰਵਾਹੀ ਹੈ ਤੇ ਨਾਲਾਇਕੀ ਹੈ। ਇੱਕ ਡਿਪਟੀ ਕਮਿਸ਼ਨਰ ਨੇ 10 ਪਲਾਂਟ ਕਿਵੇਂ ਲਾ ਸਕਦਾ, ਉਹ ਕਿ 10 ਦਿਨ ਦੇ ਵਿੱਚ ਹੀ ਇੰਨੇ ਆਕਸੀਜਨ ਪੈਦਾ ਕੀਤੀ ਜਾ ਸਕਦੀ ਹੈ, ਬਾਕੀ ਜਗ੍ਹਾ ਨੇ। ਇਹਦਾ ਮਤਲਬ ਕਿਤੇ ਵੀ ਕੋਈ ਸੰਵੇਦਨਸ਼ੀਲ ਬੰਦਾ ਜਿਹਦੇ ਕੋਲ ਤਾਕਤ ਹੋਵੇ ਉਨੀ ਕੁ, ਜੇ ਉਹ ਕਰਨਾ ਚਾਹੇ ਤਾਂ ਇਹ ਚੀਜ਼ਾਂ ਸੰਭਵ ਹੋ ਸਕਦੀਆਂ ਨੇ। ਔਰ ਹੁਣੇ ਤੁਸੀਂ ਡੰਡ ਡਪਟ ਤੋਂ ਬਾਅਦ ਇਹ ਕਹਿਣ ਲੱਗ ਗਏ ਹੋ ਕਿ ਆਪਾਂ ਦਿੱਲੀ 'ਚ ਵੀ ਪਲਾਂਟ ਲਾ ਲਿਆ, ਏਮਜ ਨੇ ਲਾਇਆ, ਉਹ ਫਟਾਫਟ ਚੱਲਣ ਵਾਲਾ 48 ਘੰਟੇ ਚੱਲ ਪਏਗਾ। ਤੇ ਹੁਣ ਫਿਰ ਕਿਵੇਂ ਆ, ਜਦੋਂ ਤੁਹਾਡੇ ਤੇ ਗਲ ਗੁੱਠਾ ਆਉਂਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ, ਉਦੋਂ ਤੁਸੀਂ ਉਹ ਕੰਮ ਕਰ ਲੈਂਦੇ ਹੋ। ਇਹਦਾ ਮਤਲਬ ਤੁਹਾਡੇ ਕੋਲ ਪਹਿਲਾਂ ਪਾਲਿਸੀ ਨਹੀਂ ਹੈ ਜਿਹਨੂੰ ਦੇਖਦੇ ਹੋਏ ਤੁਸੀਂ ਲੋਕਾਂ ਨੂੰ ਕੰਮ ਤੇ ਲਾਓ। ਹੁਣ ਸਭ ਤੋਂ ਬੜਾ ਸਵਾਲ ਲੋਕਾਂ ਸਾਹਮਣੇ ਰੁਜ਼ਗਾਰ ਦਾ ਸਵਾਲ ਹੈ, ਗਰੀਬੀ ਤੋਂ ਉੱਪਰ ਉਠਾਉਣ ਦੇ ਲਈ ਉਹਨਾਂ ਦੀ ਜੇਬ 'ਚ ਪੈਸੇ ਲਿਜਾਣ ਦਾ ਸਵਾਲ ਹੈ। ਔਰ ਕੇਵਲ ਇਹ ਜਿਹੜੀਆਂ ਆਲੂਵਾਲੀਆ ਟਾਈਪ ਜਾਂ ਬਾਕੀ ਕਮੇਟੀਆਂ ਦੀਆਂ ਰਿਪੋਰਟਾਂ ਨੇ, ਇਹ ਰਵਾਇਤੀ ਟਾਈਪ ਦੇ ਉਸੇ ਢਾਂਚੇ ਦੀਆਂ ਰਿਪੋਰਟਾਂ ਨੇ, ਇਹਦੇ ਨਾਲ ਕੰਮ ਨਹੀਂ ਚੱਲਣਾ। ਇਹਦੇ ਤੋਂ ਬਿਲਕੁਲ ਇੱਕ ਅਲੱਗ ਤਰ੍ਹਾਂ ਦੀ ਸੋਚ ਪ੍ਰਣਾਲੀ ਦੀ ਜ਼ਰੂਰਤ ਹੈ, ਜਿਹੜੀ ਆਮ ਲੋਕਾਂ ਦੇ ਪੱਖ ਦੇ ਵਿੱਚ ਹੋਵੇ, ਜਿਹੜੀ ਕਾਰਪੋਰੇਟ ਦੇ ਪੱਖ 'ਚ ਉਸ ਤਰੀਕੇ ਦੀ ਨਹੀਂ ਚਾਹੀਦੀ। ਕਾਰਪੋਰੇਟ ਨੂੰ ਤਾਂ ਬਲਕਿ ਜਿਹੜੀ ਸੁਜੈਸਟ ਕਰੇ
ਉਹਨੂੰ ਸੁਝਾਅ ਦੇ ਕਿ ਹੁਣ ਤੁਹਾਡੇ ਪੈਸੇ ਦੀ ਲੋੜ ਹੈ, ਤੁਸੀਂ ਪੈਸਾ ਇਨਵੈਸਟ ਕਰੋ ਸਾਡੇ ਤੇ, ਤਾਂ ਕਿ ਆਮ ਲੋਕਾਂ ਨੂੰ ਫਿਰ ਹੌਲੀ ਹੌਲੀ ਉਹਨਾਂ ਤੋਂ ਹੀ ਕਮਾ ਲੈਣਾ ਕਾਰਪੋਰੇਟ ਨੇ ਮੁੜ ਕੇ। ਜੇ ਅੱਜ ਵੀ ਉਹ ਨਹੀਂ ਦਿੰਦੇ, ਅੱਜ ਵੀ ਪੈਸਾ ਇਨਵੈਸਟ ਨਹੀਂ ਕਰਦੇ, ਤਾਂ ਇਹਨੂੰ ਕਰੋਨੀ ਕੈਪੀਟਲਿਜ਼ਮ ਕਹਿੰਦੇ ਨੇ, ਕਿ ਇਹ ਹਰ ਹਾਲਤ 'ਚ ਬੰਦੇ ਮਰਦੇ ਰਹਿਣ ਭੁੱਖੇ, ਇਲਾਜ ਕਰੀਓ ਜਿਵੇਂ ਮਰਜ਼ੀ, ਤੁਹਾਡੇ ਫਿਰ ਵੀ ਦਿਮਾਗ ਤੇ ਕੋਈ ਅਸਰ ਨਹੀਂ ਪੈਂਦਾ। ਇਸ ਪਾਸੇ ਵੱਲ ਇਹ ਬਹੁਤ ਵੱਡਾ ਇੱਕ ਦਬੰਧ ਹੈ, ਤੇ ਇਹ ਪਾਲਿਸੀ ਦੀ ਡਿਬੇਟ ਹੈ, ਤੇ ਉਹਦੇ ਤੇ ਸੋਚਣਾ ਪਏਗਾ ਕਿ ਤੁਸੀਂ ਕਰਨਾ ਕੀ ਹੈ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ ਨੂੰ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।